ਪੜ੍ਹਨ ਦਾ ਜਿਹੜਾ ਸਮਾਂ ਦਿੱਤਾ ਜਾਣਾ ਚਾਹੀਦਾ। ਅਸੀਂ ਉਹਨਾਂ ਬਿੱਲਾਂ ਤੇ ਪੜ੍ਹ ਕੇ ਹੀ ਕਮੈਂਟ ਕਰ ਸਕਦੇ ਹਾਂ, ਕਿਉਂਕਿ ਜੇ ਇਸ ਤਰ੍ਹਾਂ ਲੁਕੋ ਕੇ ਬਿੱਲ ਲੈ ਕੇ ਆਉਂਦੇ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਮੈਂ ਸਮਝਦਾ ਜਿਵੇਂ 2004 ਦੇ ਵਿੱਚ ਪਾਣੀ ਵਾਲਾ ਬਿੱਲ ਲੈ ਕੇ ਆਏ ਸੀ ਕੈਪਟਨ ਸਾਹਿਬ, ਉਹ ਵੀ ਇਸੇ ਤਰ੍ਹਾਂ ਲੁਕੋ ਕੇ ਲੈ ਕੇ ਆਏ ਸੀਗੇ। ਇਸੇ ਤਰ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਮਿਲ ਕੇ ਖੇਡੇ ਸੀਗੇ, ਤਾਂ ਹੀ ਜਿਹੜਾ ਉਹ ਬਿੱਲ ਆ ਉਹ ਵੀ ਦੇਸ਼ ਦੀ ਜਿਹੜੀ ਆ ਉੱਚ ਕੋਰਟ ਆ, ਦੇਸ਼ ਦੀ ਸੁਪਰੀਮ ਕੋਰਟ ਦੇ ਵਿੱਚ ਟਿਕ ਨਹੀਂ ਸਕਿਆ, ਦੇਸ਼ ਦੇ ਵਿੱਚ ਜਾ ਕੇ ਫੇਲ ਹੋ ਗਿਆ ਸੀਗਾ। ਸੋ ਕੈਪਟਨ ਸਾਹਿਬ ਹਮੇਸ਼ਾ ਹੀ ਜਿਹੜਾ ਹੈਗਾ ਉਹ ਸਟੇਟ ਦੇ ਅਗੇਂਸਟ ਭੁਗਤਦੇ ਨੇਗੇ, ਸੈਂਟਰ ਦੇ ਨਾਲ ਖੜੇ ਹੁੰਦੇ ਨੇਗੇ, ਡਰਾਮਾ ਕਰਦੇ ਨੇ ਸਟੇਟ ਦੇ ਨਾਲ ਖੜੇ ਆਂਗੇ, ਲੋਕਾਂ ਦੇ ਨਾਲ ਖੜੇ ਆ, ਪਰ ਐਕਚੁਅਲ ਦੇ ਵਿੱਚ ਅਸਲੀਅਤ ਦੇ ਵਿੱਚ ਜਿਹੜਾ ਹੈਗਾ ਉਹ ਕੇਂਦਰ ਸਰਕਾਰ ਨਾਲ ਖੜਦੇ ਨੇਗੇ। ਦੇਖੋ ਪੰਜਾਬ ਸਰਕਾਰ ਕੋਲੇ ਜਿਹੜੀ ਸਟੇਟਾਂ ਦੀ ਸੂਚੀ ਆ, ਜਿਹੜੇ ਸੂਚੀ ਦੇ ਉੱਤੇ ਪੰਜਾਬ ਸਟੇਟ ਜਿਹੜਾ ਕਾਨੂੰਨ ਬਣਾ ਸਕਦਾ ਜਾਂ ਸਟੇਟਾਂ ਕਾਨੂੰਨ ਬਣਾ ਸਕਦੀਆਂ ਨੇਗੀਆਂ, ਉਹਦੇ ਵਿੱਚ ਸਟੇਟ ਦੀ ਅਸੈਂਬਲੀ ਕੋਲੇ ਪਾਵਰਾਂ ਹੁੰਦੀਆਂ ਨੇਗੀਆਂ, ਸਟੇਟ ਦੀ ਸਰਕਾਰ ਕੋਲੇ ਪਾਵਰਾਂ ਹੁੰਦੀਆਂ ਨੇਗੀਆਂ। ਸੋ ਮੈਂ ਸਮਝਦਾ ਉਸ ਤਰ੍ਹਾਂ ਦਾ ਕਾਨੂੰਨ ਲੈ ਕੇ ਆ ਰਹੇ ਹੋਣਗੇ। ਜਦੋਂ ਹਾਲੇ ਤੱਕ ਨੀਤਕਾ ਜੀ ਸਾਨੂੰ ਕਾਨੂੰਨ ਦੀ ਕਾਪੀ ਨਹੀਂ ਮਿਲੀ, ਅਸੀਂ ਕਿਵੇਂ ਕਮੈਂਟ ਕਰ ਦਈਏ ਕਿ ਉਹ ਕਿੱਥੇ ਖੜੂਗਾ ਜਾਂ ਨਹੀਂ ਖੜੂਗਾ, ਕਿ ਉਹ ਸੈਂਟਰ ਦੇ ਅਗੇਂਸਟ ਹੈਗਾ, ਕਿਹੜੀ ਧਾਰਾ ਅਗੇਂਸਟ ਆ, ਕਿਹੜੀ ਹੱਕ 'ਚ ਆ। ਸੋ ਇਹ ਬਹੁਤ ਵੱਡੀ ਜਿਹੜੀ ਆ ਮਤਲਬ ਲੁਕਣ ਮਿੱਟੀ ਜਿਹੜੀ ਆ ਸਰਕਾਰ ਖੇਡ ਰਹੀ ਆ। ਸੋ ਇਹਦੇ ਵਿੱਚ ਬੜਾ ਸਪਸ਼ਟ ਆ ਕਿ ਕੈਪਟਨ ਸਾਹਿਬ ਦੀ ਨੀਅਤ ਜਿਹੜੀ ਆ ਉਹ ਖੋਟੀ ਆ। ਉਹ ਕਾਂਗਰਸ ਜਿਹੜਾ ਹੈਗਾ ਪੰਜਾਬ ਦੇ ਕਿਸਾਨਾਂ ਦੇ ਸੰਘਰਸ਼ ਨੂੰ ਤੋੜਨਾ ਚਾਹੁੰਦੇ ਨੇਗੇ। ਜਿਵੇਂ ਸਾਹਿਬ ਉਹ ਲਗਾਤਾਰ ਕਹਿ ਰਹੇ ਕਿ ਕੌਨਫੀਡੈਂਸ਼ੀਅਲ ਹੈ ਕਾਨੂੰਨ, ਕੌਨਫੀਡੈਂਸ਼ੀਅਲ ਰੱਖੀ ਜਾਣੀ। ਸਤੰਬਰ ਨੂੰ ਹੋਈ ਸੀ। ਦੇਖੋ 20 ਦਿਨ ਦਾ ਸਮਾਂ ਦਿੱਤਾ ਗਿਆ ਤੁਸੀਂ ਕਹਿ ਰਹੇ ਹੋ, ਪਰ ਲੇਕਿਨ ਕਾਪੀ ਹਜੇ ਤੱਕ ਨਹੀਂ ਮਿਲੀ ਹੈਗੀ। ਇਹ 'ਚ ਕਾਪੀ ਮਿਲੂਗੀ ਫੇਰ ਅਸੀਂ ਕਮੈਂਟ ਕਰ ਸਕਦੇ ਹਾਂ। ਹਜੇ ਤੱਕ ਕਾਪੀ ਕਿਉਂ ਨਹੀਂ ਦਿੱਤੀ ਹੈਗੀ? ਇਹ ਜਿਹੜੇ ਆ ਕੈਪਟਨ ਸਾਹਿਬ ਦੀ ਜਿਹੜੀ ਹੈ ਨੀਅਤ ਤੇ ਬਹੁਤ ਵੱਡਾ ਸਵਾਲ ਹੈਗਾ, ਉਹਨਾਂ ਦੀ ਕਾਰਗੁਜ਼ਾਰੀ ਤੇ ਬਹੁਤ ਵੱਡਾ ਸਵਾਲ ਆ ਕਿ ਉਹਨਾਂ ਦਾ ਇੱਕ ਪਾਸੇ ਕਹਿ ਰਹੇ ਨੇ ਕਿ ਸਾਡਾ ਐਡਵੋਕੇਟ ਜਨਰਲ ਲੱਗਿਆ ਹੈਗਾ, ਇੱਕ ਪਾਸੇ ਕਹਿ ਰਹੇ ਨੇ ਕਿ ਸਾਡੀ ਪੂਰੀ ਸਰਕਾਰ ਲੱਗੀ ਆ, ਇੱਕ ਪਾਸੇ ਕਹਿ ਰਹੇ ਨੇ ਕਿ ਪੂਰੇ ਜਿਹੜੇ ਹੈਗੇ ਐਕਸਪਰਟ ਲੱਗੇ ਨੇਗੇ। ਬਿੱਲ ਜਿਹੜਾ ਹੈਗਾ ਹਜੇ ਤੱਕ ਤਿਆਰ ਨਹੀਂ ਹੋਇਆ, ਬਿੱਲ ਦੀ ਕਾਪੀ ਨਹੀਂ ਮਿਲੀ। ਸੋ ਇੱਥੋਂ ਲੱਗਦਾ ਕਿ ਕੈਪਟਨ ਸਾਹਿਬ ਜਿਵੇਂ ਉਹਨਾਂ ਨੂੰ ਗਵਰਨਮੈਂਟ ਆਫ ਇੰਡੀਆ ਬਿੱਲ ਡਰਾਫਟ ਕਰਕੇ ਭੇਜੂਗੀ, ਜਿਵੇਂ ਜਿਹੜੀ ਆ ਕੇਂਦਰ ਸਰਕਾਰ ਮੋਦੀ ਸਾਹਿਬ ਦੀ ਸਰਕਾਰ ਕਰਕੇ ਭੇਜੂਗੀ, ਉਸ ਤਰ੍ਹਾਂ ਦਾ ਬਿੱਲ ਪਾਸ ਕਰਨਗੇ। ਸਰਕਾਰ ਜਿਹੜੀ ਆ ਹੰਕਾਰੀ ਹੋ ਚੁੱਕੀ ਆ, ਕੈਪਟਨ ਸਾਹਿਬ ਤਾਨਾਸ਼ਾਹ ਬਣ ਚੁੱਕੇ ਨੇ, ਕਿਸੇ ਵਿਰੋਧੀਆਂ ਦੀ ਆਵਾਜ਼ ਨੂੰ ਸੁਣਨਾ ਨਹੀਂ ਚਾਹੁੰਦੇ, ਤਾਂ ਹੀ ਤਾਂ ਮੀਡੀਆ ਦੀ ਐਂਟਰੀ ਬੈਨ ਕਰਤੀ। ਇੱਕ ਪਾਸੇ ਪੰਜਾਬ ਵਿੱਚ ਸਕੂਲ ਖੁੱਲ੍ਹ ਰਹੇ ਨੇਗੇ, ਜਿਹੜੇ ਬੱਚੇ ਸਕੂਲਾਂ 'ਚ ਆ ਰਹੇ ਨੇ, ਉਹ ਦੂਜੇ ਪਾਸੇ ਮੀਡੀਆ ਕਰਮੀ ਜਿਨ੍ਹਾਂ ਕੋਲੇ ਮੈਂ ਸਮਝਦਾ ਆਪਣੀਆਂ ਰਿਪੋਰਟਾਂ ਵੀ ਨੈਗੇਟਿਵ ਨੇਗੀਆਂ, ਇਸੇ ਪੰਜਾਬ ਸਰਕਾਰ ਦੀਆਂ ਰਿਪੋਰਟਾਂ ਨੇਗੀਆਂ, ਉਹਨਾਂ ਤੇ ਕਿਉਂ ਜਿਹੜੀ ਆ ਅਣਐਲਾਨੀ ਐਮਰਜੈਂਸੀ ਲਾਈ ਹੋਈ ਆ? ਤਾਂ ਹੀ ਐਮਰਜੈਂਸੀ ਲਾਈ ਗਈ ਆ ਕਿ ਉਹ ਵਿਰੋਧੀਆਂ ਦੀ ਆਵਾਜ਼ ਕੁਚਲਣਾ ਚਾਹੁੰਦੇ ਨੇਗੇ, ਉਹ ਡੈਮੋਕ੍ਰੇਸੀ ਦਾ ਕਤਲ ਕਰਨਾ ਚਾਹੁੰਦੇ ਨੇਗੇ। ਸਾਹਿਬ ਉਹ ਵਿਧਾਨਕ ਜਿਹੜੇ ਉਹ ਕਹਿੰਦੇ ਵਿਧਾਨਕ ਹੱਲ ਲੱਭ ਲਿਆ ਤੇ ਕੌਨਫੀਡੈਂਸ਼ੀਅਲ ਰਿਪੋਰਟ ਇਸ ਕਰਕੇ ਜਿਹੜੀ ਖੜਾ ਨਹੀਂ ਦਿੱਤਾ ਜਾ ਰਿਹਾ। ਦੇਖੋ ਕਨਫੀਡੈਂਸ਼ੀਅਲ ਜਿਹੜਾ ਹੈਗਾ ਉਹ 10 ਵਜੇ ਤਾਂ ਓਪਨ ਹੋਊਗਾ, ਜਿਹੜਾ ਕਾਨੂੰਨ ਲੈ ਕੇ ਆ ਰਹੇ ਨੇ 10 ਵਜੇ ਤੱਕ ਓਪਨ ਹੋਊਗਾ। 10 ਵਜੇ ਤੱਕ ਕੀ ਕਨਫੀਡੈਂਸ਼ੀਅਲ ਆ? 10 ਵਜੇ ਤੱਕ ਕਿਹੜੀ ਆਫਤ ਆਈ ਆ ਕਿ ਜਿਹੜੀ ਉਹ ਕਾਨੂੰਨ ਨੂੰ ਰੋਕ ਲੂਗੀ? ਕਿਹੜੀ ਜਿਹੜੀ ਆ ਹਿੰਦੁਸਤਾਨ ਦੀ ਕੋਰਟ ਆ ਜਿਹੜੀ ਉਹ ਵਿਧਾਨ ਸਭਾ ਤੋਂ ਰੋਕ ਲਾਉਂਦੀ ਹੋਵੇ? ਹਿੰਦੁਸਤਾਨ ਦੇ ਸੰਵਿਧਾਨ 'ਚ ਜਿਹੜੀਆਂ ਵਿਧਾਨ ਸਭਾਵਾਂ ਨੇਗੀਆਂ, ਜਿਹੜੀਆਂ ਪਾਰਲੀਮੈਂਟ ਨੇਗੀਆਂ, ਸਾਰੀਆਂ ਜਿਹੜੀਆਂ ਹੈਗੀਆਂ ਉਹ ਤਾਕਤਵਰ ਨੇ ਆਪਣੇ ਆਪਣੇ ਖੇਤਰ ਦੇ ਵਿੱਚ ਅਧਿਕਾਰ ਬਣਾਉਣ ਦੇ ਵਿੱਚ। ਕੋਈ ਵੀ ਕੋਰਟ ਉਹਦੇ 'ਚ ਇੰਟਰਫੀਅਰ ਨਹੀਂ ਕਰ ਸਕਦੀ, ਕੋਈ ਵੀ ਕੋਰਟ ਜਿਹੜੀ ਹੈ ਦਖਲ ਨਹੀਂ ਦੇ ਸਕਦੀ। ਫਿਰ ਕੈਪਟਨ ਸਾਹਿਬ ਕਿਉਂ ਡਰ ਰਹੇ ਨੇਗੇ? ਸੋ ਮੈਂ ਸਮਝਦਾ ਕੈਪਟਨ ਸਾਹਿਬ ਤਾਂ ਡਰ ਰਹੇ ਨੇ, ਉਹਨਾਂ ਨੂੰ ਮੋਦੀ ਸਾਹਿਬ ਤੋਂ ਡਰ ਲੱਗਦਾ ਗਾ, ਉਹਨਾਂ ਨੂੰ ਆਪਣੇ ਈਡੀ ਦੇ ਕੇਸਾਂ ਤੋਂ ਡਰ ਲੱਗਦਾ ਗਾ, ਉਹਨਾਂ ਨੂੰ ਆਪਣੀ ਕਰਪਸ਼ਨ ਤੋਂ ਡਰ ਲੱਗਦਾ ਗਾ ਕਿ ਕਿਤੇ ਆ ਕੇ ਮੈਨੂੰ ਮੋਦੀ ਸਾਹਿਬ ਨਾਲ ਫੜ ਲੈਣ, ਮੈਨੂੰ ਅੰਦਰ ਜੇਲ੍ਹ 'ਚ ਨਾ ਡੱਕ ਦੇਣ। ਇਸੇ ਗੱਲ ਕਰਕੇ ਉਹ ਜਿਹੜਾ ਕਾਨੂੰਨ ਆ ਉਹ ਲੁਕੋ ਛਪੋ ਕੇ ਲੈ ਕੇ ਆ ਰਹੇ ਨੇ। ਕਾਂਗਰਸੀ ਵਿਧਾਇਕ ਕਹਿੰਦੇ ਜੇਕਰ ਹੱਲ ਨਹੀਂ ਲੱਭਦਾ ਤਾਂ ਅਸੀਂ ਅਸਤੀਫੇ ਵੀ ਦੇ ਸਕਦੇ ਹਾਂ। ਦੇਖੋ ਅਸਤੀਫੇ ਦੇਣ ਦਾ ਗੱਲਾਂ ਕਰਕੇ ਡਰਾਮਾ ਕਰ ਰਹੇ ਨੇ ਕਾਂਗਰਸੀ। ਪਹਿਲਾਂ ਜਦੋਂ ਜਿਹੜੀ ਆ ਹਾਈ ਪਾਵਰ ਮੁੱਖ ਮੰਤਰੀ ਦੀ ਮੀਟਿੰਗ ਹੋਈ ਸੀਗੀ, ਉਦੋਂ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਸਾਹਿਬ ਉਸ ਮੀਟਿੰਗ ਸ਼ਾਮਲ ਸੀਗਾ, ਪੰਜਾਬ ਦਾ ਖਜ਼ਾਨਾ ਮੰਤਰੀ ਉਸ ਮੀਟਿੰਗ ਸ਼ਾਮਲ ਸੀਗਾ। ਇਹ ਜਦੋਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਕਾਨੂੰਨ ਬਣ ਰਿਹਾ ਸੀਗਾ, ਇਹਨਾਂ ਦੀ ਪਾਰਟੀ ਦੇ ਜਿਹੜੇ ਪ੍ਰਧਾਨ ਨੇ, ਕੌਮੀ ਪ੍ਰਧਾਨ ਰਾਹੁਲ ਗਾਂਧੀ ਜੀ, ਉਹ ਕਿੱਥੇ ਸੀਗੇ? ਉਹ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਨਹੀਂ ਹੈਗੇ ਸੀ। ਸੋ ਜਦੋਂ ਇਹਨਾਂ ਨੇ 2019 ਦੀ ਇਲੈਕਸ਼ਨ ਲੜੀ, 2019 ਦੀ ਇਲੈਕਸ਼ਨ ਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਗਾ ਕਿ 2019 ਦੀ ਇਲੈਕਸ਼ਨ ਦਾ ਚੋਣ ਮੈਨੀਫੈਸਟੋ 'ਚ ਕੀ ਲਿਖਿਆ ਸੀਗਾ? ਜਿਹੜੇ ਕਾਲੇ ਕਾਨੂੰਨ ਬੀਜੇਪੀ ਲੈ ਕੇ ਆਈ ਆ, ਜਿਹੜੇ ਕਾਲੇ ਕਾਨੂੰਨ ਅਕਾਲੀ ਦਲ ਬੀਜੇਪੀ ਲੈ ਕੇ ਆਇਆ, ਕਿ ਉਹੀ ਸੇਮ ਕਾਨੂੰਨ ਲੈ ਕੇ ਆਉਣ ਦੀ ਗੱਲ ਜਿਹੜੀ ਆ ਕਾਂਗਰਸ ਪਾਰਟੀ ਨੇ ਕਹੀ ਸੀ। ਇਸੇ ਗੱਲ ਕਰਕੇ ਰਾਹੁਲ ਗਾਂਧੀ ਜਿਹੜਾ ਹੈਗਾ ਦੇਸ਼ ਦੀ ਪਾਰਲੀਮੈਂਟ 'ਚ ਨਹੀਂ ਗਏ, ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇਹਨਾਂ ਬਿੱਲਾਂ ਦਾ ਵਿਰੋਧ ਨਹੀਂ ਕੀਤਾ, ਤਾਂ ਹੀ ਇੱਥੇ ਆ ਕੇ ਡਰਾਮੇ ਕਰ ਰਹੇ ਨੇ। ਤੇ ਹਰਪਾਲ ਚੀਮਾ ਸਨ ਜਿਨ੍ਹਾਂ ਨੂੰ ਸੁਣਿਆ ਤੁਸੀਂ ਕਿ ਜੇਕਰ ਜਿਹੜੇ ਕਾਨੂੰਨ ਜਿਹੜੇ ਅਕਾਲੀ ਦਲ ਤੇ ਲੈ ਕੇ ਆਈ ਸੀ ਤੇ ਬੀਜੇਪੀ ਲੈ ਕੇ, ਹੋਰ ਵਿਧਾਇਕ ਵੀ ਇੱਥੇ ਜਿਹੜੇ ਪਹੁੰਚ ਰਹੇ ਆ, ਰੁਪਿੰਦਰ ਰੂਪੀ ਪਹੁੰਚ ਕੇ ਗੱਲਬਾਤ ਕਰ ਲੈਂਦੇ ਆ। ਖੜਾ ਨਹੀਂ ਮਿਲਿਆ, ਸਾਰੀ ਰਾਤ ਤੁਸੀਂ ਵਿਧਾਨ ਸਭਾ 'ਚ ਕੱਟੀ ਹਾਲੇ ਤੱਕ। ਦੇਖੋ ਸਾਨੂੰ ਮਨਪ੍ਰੀਤ ਬਾਦਲ ਜੀ ਨੇ ਇਹ ਗੱਲ ਕਹੀ ਸੀ ਵਿਧਾਨ ਸਭਾ ਦੇ ਵਿੱਚ, ਪਵਿੱਤਰ ਸਦਨ ਦੇ ਵਿੱਚ, ਕਿ ਅਸੀਂ ਕੱਲ ਸ਼ਾਮ ਨੂੰ 5 ਵਜੇ ਇਹ ਤੁਹਾਨੂੰ ਬਿੱਲਾਂ ਦੀ ਕਾਪੀਆਂ ਦੇ ਦਾਂਗੇ। ਪਰ ਸਵੇਰ ਦੇ 5 ਵੱਜ ਚੁੱਕੇ ਸੀ ਜਦੋਂ ਅਸੀਂ ਉੱਠੇ ਆ, ਸਾਰੇ ਉੱਥੋਂ ਆਏ ਆ ਵਿਧਾਨ ਸਭਾ ਦੇ ਵਿੱਚ, ਉਹ ਤੱਕ ਸਾਨੂੰ ਕਾਪੀਆਂ ਨਹੀਂ ਮਿਲੀਆਂ। ਤੇ ਹੁਣ ਦੇਖ ਲਓ, ਹੁਣ 9 ਸਵਾ 9 ਟਾਈਮ ਹੋ ਗਿਆ, ਹਾਲੇ ਤੱਕ ਵੀ ਨਹੀਂ ਮਿਲੀਆਂ। ਮੈਨੂੰ ਲੱਗਦਾ ਪਤਾ ਨਹੀਂ ਮਿਲਣਗੇ ਨਹੀਂ ਮਿਲਣਗੇ, ਕੀ ਇਹ ਲੁਕੋ ਰਹੇ ਨੇ, ਜਾਂ ਮੋਦੀ ਜੀ ਨੇ ਇਹਨਾਂ ਨੂੰ ਕਿਹਾ ਹੋਇਆ ਬੀਜੇਪੀ ਦਾ ਏਜੰਟ ਬਣ ਕੇ ਕੰਮ। ਮੈਨੂੰ ਨਹੀਂ ਪਤਾ ਇਹਨਾਂ ਦੇ ਮਨ ਦੇ ਵਿੱਚ ਕੀ ਹੈ, ਪਰ ਇਹਨਾਂ ਨੂੰ ਸਮੇਂ ਸਿਰ ਤੇ ਸਾਨੂੰ ਖਰੜਾ ਜਾਂ ਬਿੱਲਾਂ ਦੀਆਂ ਕਾਪੀਆਂ ਦੇ ਦੇਣੀਆਂ ਚਾਹੀਦੀਆਂ ਸੀ, ਕਿਉਂਕਿ ਅਸੀਂ ਵੀ ਤਾਂ ਕਿਸਾਨਾਂ ਦੇ ਮੁੱਦਿਆਂ ਤੇ ਡਿਬੇਟ ਕਰਨੀ ਸੀ।
ਸੀ। ਅਗਰ ਅਸੀਂ ਉਹਨਾਂ ਨੂੰ ਪੜਾਂਗੇ, ਅਸੀਂ ਉਹਦਾ ਹੀ ਘੋਖ ਪਰਖ ਕਰਾਂਗੇ, ਫਿਰ ਹੀ ਤਾਂ ਕੁਝ ਬੋਲਾਂਗੇ। ਪਰ ਪਤਾ ਨਹੀਂ ਕਿਉਂ ਇਹ ਲੇਟ ਕਰ ਰਹੇ ਨੇ, ਕੀ ਛਪਾ ਰਹੇ ਨੇ, ਪਤਾ ਨਹੀਂ ਮੋਦੀ ਸਾਹਿਬ ਨੇ ਇਹਨਾਂ ਨੂੰ ਕੋਈ ਆਰਡਰ ਦਿੱਤਾ ਹੈ ਤੇ ਪਤਾ ਨਹੀਂ ਇਹ ਏਜੰਟ ਬਣੇ ਹੋਏ ਨੇ ਬੀਜੇਪੀ ਦੇ। ਮੈਨੂੰ ਨਹੀਂ ਸਮਝ ਆਉਂਦੀ। ਇਹਨਾਂ ਨੂੰ ਟਾਈਮ ਸਿਰ ਦੇਣੀ ਚਾਹੀਦੀ ਸੀ, ਖਰੜਾ ਦੇਣਾ ਚਾਹੀਦਾ ਸੀ, ਤਾਂ ਕਿ ਅਸੀਂ ਉੱਥੇ ਕੁਝ ਬੋਲ ਸਕਦੇ। ਕੀ ਲੱਗਦਾ ਕੀ ਹੋ ਸਕਦਾ ਬਿੱਲਾਂ ਦੇ ਵਿੱਚ ਜੋ ਇੰਨਾ ਟਾਈਮ ਲੁਕੋਰ ਰਹੀ ਕਾਂਗਰਸ ਸਰਕਾਰ? ਉਹ ਕਹਿੰਦੇ ਸੰਵਿਧਾਨਕ ਵਿਧਾਨਕ ਹੱਲ ਲੱਭਿਆ, 1 ਮਹੀਨਾ ਲਾ ਕੇ ਜਿਹੜਾ ਖੋਖ ਕੀਤੀ ਹੈ ਪੂਰੀ, ਜਿਹੜੇ ਵਕੀਲਾਂ ਨਾਲ ਵੀ ਗੱਲ ਕੀਤੀ ਹੈ ਤੇ ਪੀ ਚਿਦੰਬਰਮ ਨਾਲ ਵੀ ਗੱਲਬਾਤ ਕਰਨ ਦੀ ਗੱਲ ਕੀਤੀ ਉਹਨਾਂ ਨੇ। ਦੇਖੋ ਮੈਂ ਤੁਹਾਨੂੰ ਅੰਦਰਲੀ ਗੱਲ ਦੱਸਾਂ, ਜਿਵੇਂ ਸਾਨੂੰ ਅੰਦਰ ਵੀ ਪਤਾ ਚੱਲਿਆ ਸੀ, ਜਿਵੇਂ ਸਾਨੂੰ ਕਿਸੇ ਆਥੋਰਾਈਜ਼ਡ ਪਰਸਨ ਨੇ ਵੀ ਦੱਸਿਆ ਕਿ ਬਿੱਲ ਤਾਂ ਹਜੇ ਤਿਆਰ ਹੋ ਰਹੇ ਸੀਗੇ, ਹੋਏ ਹੀ ਨਹੀਂ ਸੀ ਬਿੱਲ, ਸਾਨੂੰ ਦੇ ਕਿੱਥੋਂ ਦਿੰਦੇ ਹਜੇ। ਜੇ ਹਜੇ ਬਿੱਲ ਤਿਆਰ ਹੀ ਨਹੀਂ ਹੋਏ ਸੀ ਤਾਂ ਇਹਨਾਂ ਨੂੰ ਕੀ ਕਾਹਲੀ ਸੀ, 1-2 ਦਿਨ ਹੋਰ ਲੇਟ ਕਰ ਲੈਂਦੇ। ਕਿਉਂਕਿ ਕਿਸਾਨਾਂ ਨਾਲ ਜੋ ਤੁਸੀਂ ਕੰਮ ਕਰਨਾ ਸੀ ਉਹ ਤਾਂ ਤੁਸੀਂ ਕਰਿਆ ਏ। ਅਕਾਲੀ ਦਲ ਵੀ ਕਰਾਇਆ ਉੱਥੇ ਪਾਰਲੀਮੈਂਟ 'ਚ ਬੈਠ ਕੇ, ਦੋਨੇ ਮੀਆਂ ਬੀਬੀ, ਤੇ ਹੁਣ ਇਹ ਵੀ ਕੈਪਟਨ ਅਮਰਿੰਦਰ ਸਿੰਘ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਜੀ ਮੀਟਿੰਗ ਦੇ ਵਿੱਚ ਸ਼ਾਮਿਲ ਸੀ ਜਦੋਂ ਇਹ ਕਿਸਾਨ ਬਿੱਲ ਇਹਨਾਂ ਤੇ ਮੀਟਿੰਗ ਹੋ ਰਹੀ ਸੀ ਆਰਡੀਨੈਂਸ ਤੇ, ਤਾਂ ਉਹ ਤਾਂ ਤੁਸੀਂ ਕਰਿਆ, ਉਹ ਤਾਂ ਕੁਝ ਬੋਲੇ ਨਹੀਂ। ਤੇ ਹੁਣ ਤਾਂ ਜੋ ਸਾਰਾ ਕੁਝ ਤੁਸੀਂ ਉੱਥੇ ਪੰਜਾਬ ਦਾ ਤੁਸੀਂ ਨੁਕਸਾਨ ਕਰਕੇ ਆ ਹੀ ਗਏ ਹੋ, ਤਾਂ 1-2 ਦਿਨ ਹੋਰ ਲੇਟ ਹੋ ਜਾਂਦੇ, ਕੀ ਫਰਕ ਪੈਂਦਾ ਸੀ? ਤਾਂ ਬਿੱਲ ਤਾਂ ਹਜੇ ਤਿਆਰ ਹੀ ਨਹੀਂ ਹੋਏ ਸੀ, ਤਿਆਰ ਕਰ ਰਹੇ ਸੀ। ਤੇ ਮੈਨੂੰ ਨਹੀਂ ਪਤਾ ਕਿ ਐਡੇ ਇਹਨਾਂ ਨੇ ਕੀ, ਇਹਨਾਂ ਦੇ ਖੱਬੀ ਖਾਨ ਲੱਗੇ ਹੋਏ ਨੇ, ਕੀ ਬਣਾ ਰਹੇ ਨੇ ਇਹੋ ਜਿਹਾ ਇਸ਼ੂ। ਤੇ ਘੱਟੋ ਘੱਟ ਇਹਨਾਂ ਨੂੰ ਕਿਸਾਨ ਜਥੇਬੰਦੀਆਂ ਨਾਲ, ਦੂਸਰੀਆਂ ਸਿਆਸੀ ਪਾਰਟੀਆਂ ਦੇ ਨਾਲ ਮੀਟਿੰਗ ਕਰਨੀ ਚਾਹੀਦੀ ਸੀ ਵੀ ਅਸੀਂ ਆਹ ਖਰੜਾ ਲੈ ਕੇ ਆਏ ਹਾਂ, ਇਸ ਤੇ ਆਹ ਗੱਲ ਲਿਖੀ ਹੋਈ ਹੈ, ਆਪਾਂ ਅੱਗੋਂ ਕੀ ਕਰਨਾ ਹੈ। ਪਰ ਨਾ ਸਿਆਸੀ ਪਾਰਟੀਆਂ ਨਾ ਕਿਸਾਨ ਜਥੇਬੰਦੀਆਂ ਨਾਲ ਕੋਈ ਮੀਟਿੰਗ ਨਹੀਂ ਹੋਈ। ਮੈਨੂੰ ਨਹੀਂ ਪਤਾ ਵੀ ਇਹ ਕੀ ਕਿਸਾਨ ਰਹਿਣਗੇ ਕਿਸਾਨਾਂ ਦੀ। ਥੋੜੀ ਦੇਰ ਵਿੱਚ ਆ ਜਾਣਗੇ, ਸਭ ਕੁਝ ਸਾਫ਼ ਹੋ ਜਾਏ, ਕੀ ਕੁਝ ਹੈ। ਆਮ ਆਦਮੀ ਪਾਰਟੀ ਦਾ ਅਗਲਾ ਸਟੈਪ ਕੀ ਰਹੂਗਾ? ਦੇਖੋ ਆਮ ਆਦਮੀ ਪਾਰਟੀ ਹਮੇਸ਼ਾ ਹੀ ਕਿਸਾਨਾਂ ਦੇ ਹੱਕ 'ਚ ਖੜੀ ਹੈ, ਖੜੀ ਰਹੂਗੀ। ਅਸੀਂ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਬੋਲਾਂਗੇ ਕਿ ਤੁਸੀਂ ਪੰਜਾਬ, ਦੇਖੋ ਪੰਜਾਬ ਤੇ ਹਰਿਆਣਾ ਹੀ ਸੀ ਜਿੱਥੋਂ ਦੇਖੋ ਖੇਤੀ ਪ੍ਰਧਾਨ ਸੂਬੇ ਨੇ, ਪੂਰੇ ਦੇਸ਼ ਨੂੰ ਅਨਾਜ ਜਾਂਦਾ ਹੈਗਾ, ਕਿੰਨੀ ਸਾਨੂੰ ਇਨਕਮ ਆਉਂਦੀ ਸੀ ਐਗਰੀਕਲਚਰ ਤੇ ਅੱਜ ਤੁਸੀਂ ਇਹਨੂੰ ਵੀ ਵੇਚਤਾ। ਹੋਣਾ ਤਾਂ ਉਲਟਾ ਚਾਹੀਦਾ ਸੀ ਕਿ ਜਿਹੜੇ ਰੂਲ ਇੱਥੇ ਲਾਗੂ ਹੁੰਦੇ ਆ ਪੂਰੇ ਦੇਸ਼ 'ਤੇ ਲਾਗੂ ਕਰਦੇ, ਪਰ ਕਰਤਾ ਇਹਨਾਂ ਨੇ ਉਲਟਾ। ਪੰਜਾਬ ਤੇ ਹਰਿਆਣੇ ਤੋਂ ਵੀ ਇਹ ਜਿਹੜਾ ਰਾਜਾਂ ਦੀ ਸ਼ਕਤੀ ਸੀ ਉਹ ਖੋਹ ਲਈ, ਹੁਣ ਇਹ ਸੈਂਟਰ ਕੋਲੇ ਚਲੀ ਗਈ ਹੈ। ਤਾਂ ਅਸੀਂ ਇਹੀ ਬੋਲਾਂਗੇ ਕਿ ਰਾਜਾਂ ਦੀ ਸ਼ਕਤੀ ਰਾਜਾਂ ਕੋਲੇ ਰਹਿਣ ਦਿਓ, ਤੁਸੀਂ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਦੇ ਵਿੱਚ ਇਹਨਾਂ ਨੂੰ ਨਾ ਵੇਚੋ, ਠੀਕ ਹੈ। ਅਗਰ ਜਿਹੜੇ ਕਿਸਾਨ ਹੈ ਪ੍ਰਾਈਵੇਟ ਕੰਪਨੀਆਂ ਦੇ ਨੌਕਰ ਹੀ ਬਣ ਕੇ ਰਹਿ ਗਏ, ਇਹਦਾ ਮਤਲਬ ਉਹ ਹੈ ਕਿ ਉਹ ਆਪਦੇ ਖੇਤ 'ਚ ਦਿਹਾੜੀ ਕਰਨ ਜਾਣਗੇ। ਅਸੀਂ ਕਿਸਾਨਾਂ ਦੇ ਹੱਕ, ਮਜ਼ਦੂਰਾਂ ਦੇ ਹੱਕ, ਟਰਾਂਸਪੋਰਟਰਾਂ ਦੇ ਹੱਕ ਉਹਨਾਂ ਨੂੰ ਦਿਵਾਉਣਾ ਚਾਹੁੰਦੇ ਹਾਂ। ਆਮ ਆਦਮੀ ਪਾਰਟੀ 'ਚ ਇੰਨੀ ਸ਼ਮਤਾ ਜਦੋਂ ਬਿੱਲ ਪੇਸ਼ ਹੁੰਦੇ ਨਾਲ ਦੀ ਨਾਲ ਫੈਸਲਾ ਲੈ ਸਕੇਗੀ ਇਹਦੇ ਹੱਕ 'ਚ ਖੜਨਾ ਹੈ ਵਿਰੋਧ ਦੇ ਵਿੱਚ, ਕਿਉਂਕਿ ਬਿੱਲਾਂ ਦਾ ਹਜੇ ਪਤਾ ਹੀ ਨਹੀਂ ਬਿੱਲਾਂ ਦੇ ਵਿੱਚ ਹੈ ਕੀ ਸ਼ਮਤਾ ਹੈ ਆਮ ਆਦਮੀ ਪਾਰਟੀ 'ਚ ਨਾਲ ਦੀ ਨਾਲ ਫੈਸਲਾ ਲੈ ਸਕੇ? ਬਿਲਕੁਲ ਅਸੀਂ ਡਟ ਕੇ ਖੜੇ ਹਾਂ, ਸ਼ਮਤਾ ਜ਼ਰੂਰ ਹੈ। ਅਸੀਂ ਦੇਖੋ ਆਮ ਆਦਮੀ ਪਾਰਟੀ ਹੀ ਹੈ ਜਿਹੜੀ ਕਿ ਬਿਨਾਂ ਕਿਸੇ ਝੰਡੇ ਤੋਂ ਕਿਸਾਨ ਜਥੇਬੰਦੀਆਂ ਦੇ ਧਰਨਿਆਂ ਦੇ ਵਿੱਚ ਬਹਿੰਦੀ ਹੈ ਤੇ ਇਹ ਬੈਠ ਕੇ ਵੀ ਦਿਖਾਉਣ। ਇਹਨਾਂ ਨੂੰ ਤਾਂ ਉਹਨਾਂ ਨੂੰ ਪਤਾ ਹੈ ਕਿ ਨੁਕਸਾਨ ਸਾਡਾ ਇਹਨਾਂ ਦੋਨਾਂ ਪਾਰਟੀਆਂ ਨੇ ਹੀ ਕੀਤਾ ਹੈ। ਬਿਲਕੁਲ ਸ਼ਮਤਾ ਹੈਗੀ ਹੈ, ਅਸੀਂ ਕਿਸਾਨਾਂ ਦੇ ਹੱਕ 'ਚ ਖੜਾਂਗੇ ਤੇ ਅਸੀਂ ਪੂਰਾ ਵਿਰੋਧ ਜਤਾਵਾਂਗੇ ਕਿ ਇਹ ਜਿਹੜੇ ਮਤੇ ਆ ਉੱਥੇ ਭੇਜੇ ਜਾਣ, ਕਿ ਇਹ ਸਾਡੇ ਕਿਸਾਨਾਂ ਦੇ ਲਈ ਬਹੁਤ ਮਾਰੂ ਮਤੇ ਨੇ। ਤਾਂ ਵਿਧਾਇਕ ਰੁਪਿੰਦਰ ਰੂਬੀ ਦਾ ਕਹਿਣਾ ਕਿ ਅਸੀਂ ਡਟ ਕੇ ਜਿਹੜਾ ਕਿਸਾਨਾਂ ਦੇ ਹੱਕ ਵਿੱਚ ਖੜਾਂਗੇ ਤੇ ਅਸੀਂ ਪੂਰਾ ਪੁਰਜ਼ੋਰ ਵਿਰੋਧ ਕਰਾਂਗੇ ਕਿ ਇਹ ਜਿਹੜੇ ਮਤੇ ਪਾਸ ਕੀਤੇ ਜਿਹੜੇ ਕੇਂਦਰ ਸਰਕਾਰ ਨੂੰ ਭੇਜੇ ਜਾਣ, ਕਿਉਂਕਿ ਉਹ ਲਗਾਤਾਰ ਅੱਜ ਵਿਧਾਨ ਸਭਾ